हाँ जी स्टूडेंट्स, ਅੱਜ ਅਸੀਂ ਬੇਟੇ ਕਰਾਂਗੇ ਮੁਗਲ ਰਾਜ ਪ੍ਰਣਾਲੀ ਅਤੇ ਸ਼ਾਸਨ ਪ੍ਰਬੰਧ ਬਾਰੇ। ਜੋ ਮੁਗਲ ਸੀਗੇ, ਜਿਵੇਂ ਬਾਬਰ ਹੋ ਗਿਆ, ਹਮਾਯੂ ਹੋ ਗਿਆ, ਅਤੇ ਇਹਨਾਂ ਨੇ ਆਪਣੇ ਰਾਜਕਾਲ ਦੇ ਵਿੱਚ ਕੋਈ ਇੰਨਾ ਸੁਧਾਰ ਨਹੀਂ ਕੀਤਾ ਸੀ। ਪਰ ਇਹਨਾਂ ਤੋਂ ਬਾਅਦ ਅਕਬਰ ਜਿਹੜਾ ਪਹਿਲਾ ਮੁਗਲ ਬਾਦਸ਼ਾਹ ਸੀ, ਜਿਸ ਨੇ ਬਹੁਤ ਵਧੀਆ ਢੰਗ ਦੇ ਨਾਲ ਸ਼ਾਸਨ ਪ੍ਰਬੰਧ ਦੀ ਨੀਂਹ ਰੱਖੀ ਸੀ। ਉਸ ਦੀ ਜਿਹੜੀ ਰਾਜ ਪ੍ਰਣਾਲੀ ਸੀ, ਦਿੱਲੀ ਦੇ ਸੁਲਤਾਨਾਂ ਦੀ ਰਾਜ ਪ੍ਰਣਾਲੀ ਤੋਂ ਵੱਖਰੀ ਅਤੇ ਵਧੀਆ ਸੀ। ਤਾਂ ਜੋ ਅਕਬਰ ਦੇ ਸਮੇਂ ਤੋਂ ਰਾਜ ਪ੍ਰਣਾਲੀ ਦੀ ਇੱਕ ਨਵੀਂ ਵਿਚਾਰਧਾਰਾ ਸ਼ੁਰੂ ਹੋਈ ਸੀ, ਜੋ ਦਿੱਲੀ ਦੇ ਸੁਲਤਾਨਾਂ ਦੀ ਰਾਜ ਪ੍ਰਣਾਲੀ ਤੋਂ ਵੱਖਰੀ ਸੀ। ਜਿਵੇਂ ਕਿ ਉਲਮਾ ਦੇ ਪ੍ਰਭਾਵ ਦਾ ਖਾਤਮਾ। ਆਰੰਭ ਦੇ ਵਿੱਚ ਮੁਗਲ ਬਾਦਸ਼ਾਹ ਸੀ ਜਿਹੜੇ ਦੂਜੇ ਦੇਸ਼ਾਂ ਦੇ ਜਿਹੜੇ ਮੁਸਲਮਾਨ ਸੀ ਬਾਦਸ਼ਾਹ, ਅਤੇ ਦਿੱਲੀ ਦੇ ਸੁਲਤਾਨਾਂ ਵਾਂਗ ਕੀ ਸੀ, ਇਸਲਾਮੀ ਕਾਨੂੰਨ ਅਨੁਸਾਰ ਰਾਜ ਪ੍ਰਬੰਧ ਚਲਾਉਂਦੇ ਸੀ। ਉਹ ਮੁਸਲਿਮ ਪਰਜਾ ਦੀਆਂ ਇਸ਼ਾਵਾਂ ਅਤੇ ਜੋ ਉਲਮਾ ਸੀ, ਜਿਵੇਂ ਇਸਲਾਮ ਦੇ ਆਗੂ ਸੀ ਜਿਹੜੇ, ਉਹਨਾਂ ਦੇ ਹਦਾਇਤਾਂ ਦੇ ਅਨੁਸਾਰ ਪ੍ਰਸ਼ਾਸਨ ਦਾ ਕੰਮ ਕਾਜ ਜਿਹੜਾ ਉਹ ਕਰਦੇ ਰਹੇ ਸੀ। ਪਰ ਹੌਲੀ ਹੌਲੀ ਕੀ ਸੀ, ਉਹਨਾਂ ਦੇ ਵਿਚਾਰ ਵਿੱਚ ਤਬਦੀਲੀ ਹੈ ਜਿਹੜੀ ਉਹ ਆ ਗਈ ਸੀ। ਹੁਣ ਅਸੀਂ ਕਰਾਂਗੇ ਕਿ ਕੇਂਦਰੀ ਪ੍ਰਸ਼ਾਸਨ ਕਿਵੇਂ ਦਾ ਸੀ, ਜਿਸ ਵਿੱਚ ਹੈ ਕਿ ਜੋ ਬਾਦਸ਼ਾਹ ਸੀ ਉਹ ਰਾਜ ਪ੍ਰਬੰਧ ਦਾ ਮੁਖੀਆ ਆਪ ਸਮਰਾਟ ਹੀ ਹੁੰਦਾ ਸੀ। ਤਾਂ ਉਸ ਦੇ ਅਧਿਕਾਰ ਅਸੀਮਿਤ ਸਨ, ਜਿਵੇਂ ਕਿ ਕਾਨੂੰਨ ਬਣਾਉਣਾ, ਕਾਨੂੰਨ ਨੂੰ ਲਾਗੂ ਕਰਨਾ, ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣਾ, ਸੈਨਾ ਨੂੰ ਆਪਣੇ ਅਧੀਨ ਰੱਖਣਾ। ਇਹ ਜਿਹੜੀਆਂ ਸਾਰੀਆਂ ਸ਼ਕਤੀਆਂ ਸੀ, ਉਹਨਾਂ ਦੀ ਵਰਤੋਂ ਕੀ ਬਾਦਸ਼ਾਹ ਉਹ ਆਪ ਕਰਦਾ ਸੀ। ਉਹ ਆਪਣੇ ਆਪ ਨੂੰ ਰੱਬ ਦਾ ਇੱਕ ਪ੍ਰਤੀਨਿਧ ਸਮਝਦਾ ਸੀ। ਅਤੇ ਜੋ ਬਾਦਸ਼ਾਹ ਦੇ ਕਈ ਮੰਤਰੀ ਹੁੰਦੇ ਸੀ, ਪਰ ਉਹ ਪੂਰਨ ਰੂਪ ਵਿੱਚ ਉਸਦੇ ਅਧੀਨ ਹੁੰਦੇ ਸੀ। ਪਰ ਜੋ ਮੁਗਲ ਬਾਦਸ਼ਾਹ ਤਾਨਾਸ਼ਾਹ ਹੁੰਦੇ ਹੋਏ ਵੀ ਹਮੇਸ਼ਾ ਪ੍ਰਜਾ ਦੀ ਜਿਹੜੀ ਉਹ ਪਾਲਣਾ ਦੀ ਭਲਾਈ ਦਾ ਧਿਆਨ ਰੱਖਦੇ ਸੀ। ਤਾਂ ਅਕਬਰ ਦਾ ਵਿਸ਼ੇਸ਼ ਰੂਪ ਦੇ ਵਿੱਚ ਪ੍ਰਜਾ ਦੀ ਭਲਾਈ ਅਤੇ ਸੁੱਖ ਦੇ ਲਈ ਦਿਨ ਰਾਤ ਇੱਕ ਕਰ ਦਿੰਦਾ ਸੀ। ਜਿਵੇਂ ਤੜਕੇ ਝਰੋਖਾ ਦਰਸ਼ਨ ਦੇਣਾ, ਦੀਵਾਨੇ ਆਮ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਕਠਿਨਾਈਆਂ ਨੂੰ ਸੁਣਨਾ, ਦੀਵਾਨੇ ਖਾਸ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦੇਣੇ ਅਤੇ ਉਹਨਾਂ ਦੀ ਰਿਪੋਰਟਾਂ 'ਤੇ ਵਿਚਾਰ ਕਰਨਾ। ਤਾਂ ਰਾਤ ਵੇਲੇ ਜੋ ਮੰਤਰੀ ਸੀ, ਉਹਨਾਂ ਦੀ ਇੱਕ ਗੁਪਤ ਸਭਾ ਹੁੰਦੀ ਸੀ, ਜੋ ਬਾਦਸ਼ਾਹ ਦੇ ਰੋਜ਼ਾਨਾ ਕਾਰਜ ਦੀਆਂ ਕੁਝ ਇੱਕ ਵਿਸ਼ੇਸ਼ਤਾਵਾਂ ਅਸੀਂ ਇਸ ਨੂੰ ਮੰਨ ਸਕਦੇ ਹਾਂ। ਬਾਦਸ਼ਾਹ ਤੋਂ ਬਾਅਦ ਹੈ ਕਿ ਮੰਤਰੀ। ਰਾਜ ਕਾਜ ਦੇ ਕੰਮਾਂ ਦੇ ਵਿੱਚ ਬਾਦਸ਼ਾਹ ਦੀ ਮਦਦ ਕਰਨ ਦੇ ਲਈ ਕਈ ਮੰਤਰੀ ਹੁੰਦੇ ਸੀ। ਪਰ ਜੋ ਮੁਗਲ ਕਾਲ ਦੇ ਮੰਤਰੀਆਂ ਨੂੰ ਅੱਜ ਕੱਲ੍ਹ ਦੇ ਮੰਤਰੀਆਂ ਦੇ ਅਧਿਕਾਰ ਪ੍ਰਾਪਤ ਨਹੀਂ ਸੀਗੇ, ਨਾ ਹੀ ਉਹਨਾਂ ਦਾ ਮੰਤਰੀ ਮੰਡਲ ਹੁਣ ਦੇ ਜੋ ਸੰਸਦੀ ਸਰਕਾਰ ਹੈ, ਜੋ ਉਸ ਦੇ ਮੰਤਰੀ ਮੰਡਲ ਵਾਂਗ ਹੈ ਜਿਹੜਾ ਉਹ ਕੰਮ ਕਰਦਾ ਸੀ। ਤਾਂ ਮੁਗਲ ਜੋ ਸ਼ਾਸਨ ਸੀ, ਉਸ ਦੇ ਵਿੱਚ ਹੈਗੇ ਸੀ ਕਾਫੀ ਮੰਤਰੀ, ਜਿਵੇਂ ਵਕੀਲ ਜਾਂ ਵਜ਼ੀਰ। ਸਮਰਾਟ ਤੋਂ ਹੇਠਾਂ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਹੁੰਦਾ ਸੀ, ਉਸ ਨੂੰ ਵਕੀਲ ਜਾਂ ਵਜ਼ੀਰ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਸੀ। ਪਰ ਉਹ ਜਿਹੜਾ ਬਾਦਸ਼ਾਹ ਨੂੰ ਹਰ ਮਾਮਲੇ ਦੇ ਵਿੱਚ ਸਲਾਹ ਦਿੰਦਾ ਸੀ ਅਤੇ ਰਾਜ ਦੇ ਸਾਰੇ ਵਿਭਾਗਾਂ ਦੀ ਦੇਖਭਾਲ ਕਰਦਾ ਸੀ। ਤਾਂ ਉਸ ਸਮੇਂ ਦਾ ਜਿਹੜਾ ਪ੍ਰਸਿੱਧ ਵਕੀਲ ਸੀ, ਬੈਰਮ ਖਾਨ ਸੀ। ਅੱਗੇ ਹੈ ਦੀਵਾਨੇ ਆਲਾ। ਦੀਵਾਨੇ ਆਲਾ ਮੁਗਲ ਸਾਮਰਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਤਰੀ ਸੀ। ਉਸ ਨੂੰ ਵਿੱਤ ਮੰਤਰੀ ਕਿਹਾ ਜਾਂਦਾ ਸੀ। ਉਹ ਆਮਦਨ ਅਤੇ ਖਰਚ ਦਾ ਵੇਰਵਾ ਰੱਖਦਾ ਸੀ। ਉਹ ਭੂਮੀ ਕਰ ਸੰਬੰਧੀ ਸਾਰੇ ਨਿਯਮ ਬਣਾਉਂਦਾ ਸੀ ਅਤੇ ਦੂਜੇ ਕਰਾਂ ਦੀਆਂ ਜਿਹੜੀਆਂ ਦਰਾਂ ਵੀ ਉਹ ਨਿਸ਼ਚਿਤ ਕਰਦਾ ਸੀ। ਉਸ ਦੇ ਜਿਹੜੇ ਦਸਤਖਤ ਸੀ, ਉਹਨਾਂ ਤੋਂ ਬਿਨਾਂ ਕਿਸੇ ਵੀ ਰਕਮ ਦਾ ਭੁਗਤਾਨ ਹੈ ਜਿਹੜਾ ਉਹ ਨਹੀਂ ਹੁੰਦਾ ਸੀ। ਅੱਗੇ ਮੀਰ ਬਖਸ਼ੀ ਸੀ, ਜੋ ਕੇਂਦਰੀ ਸਰਕਾਰ ਦੇ ਪ੍ਰਸਿੱਧ ਮੰਤਰੀਆਂ ਵਿੱਚੋਂ ਇੱਕ ਸੀ। ਉਹ ਸੈਨਿਕ ਅਤੇ ਸਿਵਲ ਅਧਿਕਾਰੀਆਂ ਨੂੰ ਤਨਖਾਹ ਦਿੰਦਾ ਸੀ। ਮੀਰ ਬਖਸ਼ੀ ਸੈਨਿਕਾਂ ਨੂੰ ਭਰਤੀ ਕਰਨਾ, ਉਹਨਾਂ ਦੀ ਹੁਲੀਏ ਦਾ ਰਿਕਾਰਡ ਰੱਖਣਾ, ਘੋੜਿਆਂ ਨੂੰ ਦਾਗਣ ਦਾ ਕੰਮ ਜਿਹੜਾ ਕਰਵਾਉਣਾ, ਮਨਸਬਦਾਰਾਂ ਦੀ ਨਿਯੁਕਤੀ ਕਰਨਾ, ਤਰੱਕੀ ਅਤੇ ਤਬਦੀਲੀ ਦੀ ਸਿਫਾਰਿਸ਼ ਕਰਨਾ, ਸ਼ਾਹੀ ਮਹਿਲ ਦੇ ਪਹਿਰਾਦਾਰਾਂ ਦੀ ਸੂਚੀ ਤਿਆਰ ਕਰਨਾ ਉਹਦਾ ਕੰਮ ਹੁੰਦਾ ਸੀ। ਅੱਗੇ ਹੈ ਕਿ ਮੁੱਖ ਸਦਰ। ਜੋ ਮੁੱਖ ਸਦਰ ਸੀ, ਉਹ ਧਰਮ ਕਰਮ ਦੇ ਵਿਭਾਗ ਦਾ ਮੁਖੀ ਹੁੰਦਾ ਸੀ। ਉਸ ਨੂੰ ਸਦਰ ਵੀ ਆਖਦੇ ਸੀ। ਤਾਂ ਉਸਦੇ ਮੁੱਖ ਕੰਮ ਕਾਰਜ ਸੀ ਜਿਹੜੇ ਉਹ ਸਾਮਰਾਜ ਦੇ ਮਹਾਤਮਾ ਹੁੰਦੇ ਸੀ, ਜਿਹੜੇ ਪੀਰ ਫਕੀਰਾਂ ਦੀ ਸੂਚੀ ਤਿਆਰ ਕਰਦਾ ਸੀ। ਉਹ ਉਹਨਾਂ ਨੂੰ ਅਨੁਦਾਨ ਦਿੰਦਾ ਸੀ। ਤਾਂ ਜੋ ਸਕੂਲਾਂ ਨੂੰ ਭੂਮੀ ਦਿੰਦਾ ਸੀ, ਉਹਨਾਂ ਦਾ ਰਿਕਾਰਡ ਰੱਖਦਾ ਸੀ। ਸੂਬਿਆਂ ਦੇ ਸਦਰਾਂ ਦਾ ਕੰਮ ਦਾ ਜਿਹੜਾ ਉਹ ਨਿਰੀਖਣ ਕਰਦਾ ਸੀ। ਅੱਗੇ ਖਾਨ ਸਮਾਨ ਸ਼ਾਹੀ ਘਰਾਣੇ ਦੇ ਘਰੇਲੂ ਕਾਰਜਾਂ ਦਾ ਮੰਤਰੀ ਸੀ। ਉਸ ਨੂੰ ਮੀਰ ਸਮਾਨ ਵੀ ਕਿਹਾ ਜਾਂਦਾ ਸੀ। ਅੱਗੇ ਹੈ ਕਿ ਮੁੱਖ ਕਾਜੀ ਸੀ, ਜੋ ਸਾਮਰਾਜ ਦਾ ਮੁੱਖ ਨਿਆਂਧੀਸ਼ ਹੁੰਦਾ ਸੀ। ਉਹ ਸਮਰਾਟ ਨੂੰ ਨਿਆਂ ਸੰਬੰਧੀ ਮਾਮਲਿਆਂ ਵਿੱਚ ਰਾਏ ਦਿੰਦਾ ਸੀ ਅਤੇ ਕਾਜ਼ੀਆਂ ਨੂੰ ਨਿਯੁਕਤ ਕਰਦਾ ਸੀ। ਅੱਗੇ ਕੁਛ ਹੋਰ ਅਧਿਕਾਰੀ ਨੇ, ਜਿਵੇਂ ਮੀਰ ਆਤਸ਼, ਉਹ ਤੋਪਖਾਨੇ ਦਾ ਮੁਖੀ ਹੁੰਦਾ ਸੀ। ਮੀਰ ਬਾਰ, ਉਹ ਜੰਗਲ ਦੇ ਵਿਭਾਗ ਦਾ ਮੁਖੀ ਹੁੰਦਾ ਸੀ। ਮੀਰ ਬਹਿਰ, ਉਹ ਸਮੁੰਦਰੀ ਬੇੜੇ ਦਾ ਮੁਖੀ ਹੁੰਦਾ ਸੀ। ਦਰੋਗਾ ਟਕਸਾਲ, ਉਹ ਜਿਹੜੀ ਸ਼ਾਹੀ ਟਕਸਾਲ ਦਾ ਮੁਖੀ ਹੁੰਦਾ ਸੀ। ਤਾਂ ਦਰੋਗਾ ਡਾਕ ਚੌਂਕੀ, ਉਹ ਡਾਕ ਵਿਭਾਗ ਦਾ ਮੁਖੀ ਹੁੰਦਾ ਸੀ। ਅੱਗੇ ਕਿ ਮੁਸਤੌਫੀ, ਉਹ ਮੁੱਖ ਲੇਖਾ ਪੜਤਾਲੀਆ ਹੁੰਦਾ ਸੀ।
ਹੁਣ ਅਸੀਂ ਕਰਾਂਗੇ ਸਰਕਾਰ ਦਾ ਪ੍ਰਬੰਧ। ਤਾਂ ਹਰ ਇੱਕ ਸੂਬੇ ਨੂੰ ਕਈ ਸਰਕਾਰਾਂ ਦੇ ਵਿੱਚ ਵੰਡਿਆ ਹੋਇਆ ਸੀ। ਜਿਵੇਂ ਕਿ ਅਕਬਰ ਦੇ ਸਮੇਂ ਸਰਕਾਰਾਂ ਦੀ ਕੁੱਲ ਗਿਣਤੀ ਸੀ ਜਿਹੜੀ 134 ਤੋਂ 192 ਤੱਕ ਸੀ। ਜਿਹੜੇ ਸਰਕਾਰ ਦੇ ਪ੍ਰਬੰਧ ਦੇ ਲਈ ਫੌਜਦਾਰ, ਆਮਿਲ, ਗੁਜ਼ਾਰ, ਬਿਤਕਚੀ ਅਤੇ ਖਜ਼ਾਨੇਦਾਰ ਹੁੰਦੇ ਸੀ। ਜਿਵੇਂ ਕਿ ਪਹਿਲਾ ਹੈ ਫੌਜਦਾਰ। ਫੌਜਦਾਰ ਸੀ ਜਿਹੜਾ ਸਰਕਾਰ ਦਾ ਸੈਨਿਕ ਅਤੇ ਕਾਰਜਪਾਲਕ ਮੁਖੀ ਹੁੰਦਾ ਸੀ। ਉਸ ਦੇ ਕੰਮ ਸੀ ਜਿਹੜੇ ਲਗਭਗ ਉਹੀ ਸੀ ਜੋ ਸ਼ੇਰ ਸ਼ਾਹ ਸੂਰੀ ਦੇ ਸਮੇਂ ਮੁੱਖ ਜਿਹੜਾ ਸਿਕਦਾਰ ਕਰਦਾ ਸੀ। ਉਹ ਸਰਕਾਰ ਵਿੱਚ ਸ਼ਾਂਤੀ ਅਤੇ ਵਿਵਸਥਾ ਸਥਾਪਿਤ ਕਰਦਾ ਸੀ ਅਤੇ ਸਮਰਾਟ ਦੇ ਹੁਕਮ ਲਾਗੂ ਕਰਦਾ ਸੀ, ਜਿਹੜਾ ਫੌਜਦਾਰ ਹੁੰਦਾ ਸੀ। ਦੂਸਰਾ ਹੈ ਕਿ ਆਮਿਲ ਗੁਜ਼ਾਰ। ਜੋ ਆਮਿਲ ਗੁਜ਼ਾਰ ਹੈ ਉਹ ਸਰਕਾਰ ਦੇ ਵਿੱਤ ਵਿਭਾਗ ਦਾ ਮੁਖੀਆ ਹੁੰਦਾ ਸੀ ਅਤੇ ਉਸਦੇ ਜਿਹੜੇ ਮੁੱਖ ਕਿਸਾਨ ਸੀ ਉਹਨਾਂ ਦੇ ਹਿੱਤਾਂ ਦਾ ਧਿਆਨ ਰੱਖਦਾ ਸੀ। ਜੋ ਭੂਮੀ ਦੀ ਉਪਜ ਸੀ ਵਧਾਉਣ ਦੇ ਯਤਨ ਕਰਦਾ ਸੀ। ਛੋਟੇ ਜੋ ਕਰਮਚਾਰੀ ਸੀ ਉਹਨਾਂ ਦੇ ਕੰਮਾਂ ਦਾ ਨਿਰੀਖਣ ਕਰਦਾ ਸੀ ਅਤੇ ਦੀਵਾਨ ਨੂੰ ਆਪਣੇ ਪ੍ਰਦੇਸ਼ ਦੀ ਭੂਮੀ ਕਰ ਦੀ ਜਿਹੜੀ ਹਾਲਾਤ ਦੇ ਸੰਬੰਧ ਦੇ ਵਿੱਚ ਸੂਚੀ ਪ੍ਰਦਾਨ ਕਰਦਾ ਸੀ। ਅੱਗੇ ਹੈ ਕਿ ਬਤਿਕਚੀ ਅਤੇ ਖਜ਼ਾਨੇਦਾਰ। ਆਮਿਲ ਗੁਜ਼ਾਰ ਦੀ ਸਹਾਇਤਾ ਲਈ 2 ਕਰਮਚਾਰੀ ਹੁੰਦੇ ਸੀ, ਇੱਕ ਬਤਿਕਚੀ ਅਤੇ ਦੂਸਰਾ ਖਜ਼ਾਨੇਦਾਰ। ਜਿਹੜਾ ਬਤਿਕਚੀ ਸੀ ਉਹ ਭੂਮੀ ਕਰ ਅਤੇ ਉਪਜ ਸੰਬੰਧੀ ਸਾਰੇ ਰਿਕਾਰਡ ਰੱਖਦਾ ਸੀ, ਜਿਵੇਂ ਕਿ ਕਾਨੂੰਗੋਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ। ਜਿਹੜਾ ਪੋਤਦਾਰ ਜਾਂ ਖਜ਼ਾਨੇਦਾਰ ਸੀ ਉਹ ਕਿਸਾਨਾਂ ਤੋਂ ਇਕੱਠਾ ਜਿਹੜਾ ਧਨ ਕੀਤਾ ਹੁੰਦਾ ਸੀ ਉਸਨੂੰ ਸਰਕਾਰੀ ਖਜ਼ਾਨੇ ਵਿੱਚ ਸੁਰੱਖਿਅਤ ਰੱਖਦਾ ਸੀ ਅਤੇ ਖਜ਼ਾਨੇ ਦੀ ਇੱਕ ਚਾਬੀ ਆਮਿਲ ਗੁਜ਼ਾਰ ਕੋਲ ਹੁੰਦੀ ਸੀ ਅਤੇ ਦੂਸਰੀ ਖਜ਼ਾਨੇਦਾਰ ਕੋਲ ਹੁੰਦੀ ਸੀ। ਅੱਗੇ ਹੈ ਕਿ ਪਰਗਣੇ ਦਾ ਪ੍ਰਬੰਧ। ਹਰ ਇੱਕ ਸਰਕਾਰ ਲਈ ਕਈ ਪਰਗਣੇ ਦੇ ਵਿੱਚ ਵੰਡੀ ਹੁੰਦੀ ਸੀ ਕਿ ਜਿਵੇਂ ਕਿ ਪਰਗਣਿਆਂ ਦੀ ਕੁੱਲ ਗਿਣਤੀ 2874 ਤੋਂ 4152 ਤੱਕ ਹੋ ਗਈ ਸੀ। ਤਾਂ ਪਰਗਣੇ ਦੇ ਕਰਮਚਾਰੀ ਅਤੇ ਉਹਨਾਂ ਦੇ ਕੰਮ, ਜਿਵੇਂ ਕਿ ਸਿਕਦਾਰ ਪਰਗਣੇ ਦੇ ਪ੍ਰਬੰਧ ਦਾ ਮੁਖੀਆ ਹੁੰਦਾ ਸੀ। ਉਸ ਦੇ ਕੰਮ ਸੀ ਜਿਹੜੇ ਪਰਗਣੇ ਵਿੱਚ ਸ਼ਾਂਤੀ ਸਥਾਪਿਤ ਰੱਖਣਾ, ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਨਾ। ਅੱਗੇ ਹੈ ਆਮਿਲ ਸੀ ਜਿਹੜਾ ਪਰਗਣੇ ਦੇ ਵਿੱਤ ਵਿਭਾਗ ਦਾ ਮੁਖੀਆ ਹੁੰਦਾ ਸੀ। ਉਸ ਨੂੰ ਮੁਨਸਿਫ ਵੀ ਆਖਦੇ ਸੀ। ਤਾਂ ਉਸ ਦਾ ਮੁੱਖ ਕੰਮ ਸੀ ਜਿਹੜਾ ਭੂਮੀ ਘਰ ਇਕੱਠਾ ਕਰਨਾ ਸੀ। ਇਸ ਤੋਂ ਇਲਾਵਾ ਉਹ ਦੀਵਾਨੀ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ, ਜੋ ਆਮਿਲ ਹੁੰਦਾ ਸੀ। ਤੀਸਰਾ ਹੈ ਕਿ ਕਾਨੂੰਗੋ, ਪੋਤਦਾਰ ਅਤੇ ਕਾਰਕੂਨ। ਆਮਿਲ ਦੀ ਕਰਨ ਦੇ ਲਈ 2 ਕਰਮਚਾਰੀ ਹੁੰਦੇ ਸੀ, ਜਿਵੇਂ ਕਿ ਕਾਨੂੰਗੋ ਅਤੇ ਪੋਤਦਾਰ। ਕਾਨੂੰਗੋ ਸੀ ਜਿਹੜਾ ਉਹ ਜਿਹੜੇ ਲਗਾਨ ਦੇ ਸੰਬੰਧੀ ਸਾਰੇ ਰਿਕਾਰਡ ਰੱਖਦਾ ਸੀ, ਪਟਵਾਰੀਆਂ ਦੇ ਕੰਮਾਂ ਦੀ ਜਾਂਚ ਕਰਦਾ ਸੀ। ਜੋ ਪੋਤਦਾਰ ਹੁੰਦਾ ਸੀ ਉਹ ਪਰਗਣੇ ਦਾ ਖਜ਼ਾਨਚੀ ਹੁੰਦਾ ਸੀ। ਤਾਂ ਹਰ ਇੱਕ ਪਰਗਣੇ ਦੇ ਵਿੱਚ ਉਹ ਕੁਝ ਕਾਰਕੁਨ ਹੋਇਆ ਕਰਦੇ ਸੀ ਜੋ ਵੱਖ-ਵੱਖ ਕਿਸਮ ਦੇ ਰਿਕਾਰਡ ਰੱਖਦੇ ਸੀ। ਹੁਣ ਅਸੀਂ ਕਰਾਂਗੇ ਕਿ ਵਿੱਤੀ ਪ੍ਰਸ਼ਾਸਨ ਦੇ ਵਿੱਚ ਲਗਾਨ ਪ੍ਰਣਾਲੀ ਆ ਗਈ। ਅਕਬਰ ਸੀ ਜਿਹੜਾ ਸਭ ਤੋਂ ਵਧੀਆ ਉਹਨੇ ਇਹ ਸਿਸਟਮ ਬਣਾਇਆ ਸੀ ਕਿ ਉਸਨੇ ਇੱਕ ਬਹੁਤ ਉੱਚ ਕੋਟੀ ਦੀ ਲਗਾਨ ਪ੍ਰਣਾਲੀ ਸੀ ਜਿਹੜੀ ਉਸਦੀ ਵਿਵਸਥਾ ਕੀਤੀ ਸੀ। ਜੋ ਮੁਗਲ ਸਮਰਾਟ ਸੀ ਉਹਨਾਂ ਤੋਂ ਪਹਿਲਾਂ ਸ਼ੇਰ ਸ਼ਾਹ ਸੂਰੀ ਨੇ ਲਗਾਨ ਪ੍ਰਣਾਲੀ ਨੂੰ ਬਹੁਤ ਵਧੀਆ ਢੰਗ ਦੇ ਨਾਲ ਇੱਕ ਸੰਗਠਿਤ ਕਰਤਾ ਸੀ, ਜਿਸ ਦੇ ਵਿੱਚ ਹੈ ਜ਼ਬਤੀ ਪ੍ਰਣਾਲੀ। ਤਾਂ 1570 ਈਸਵੀ ਤੋਂ ਲੈ ਕੇ 1580 ਈਸਵੀ ਤੱਕ ਕੋਈ 10 ਸਾਲਾਂ ਦੇ ਤਜਰਬਿਆਂ ਤੋਂ ਬਾਅਦ ਜਿਹੜਾ ਅਕਬਰ ਸੀ ਉਸਨੇ ਮੁਜ਼ੱਫਰ ਖਾਂ ਅਤੇ ਟੋਡਰ ਮੱਲ ਦੀ ਸਹਾਇਤਾ ਨਾਲ ਇੱਕ ਬਹੁਤ ਵਧੀਆ ਲਗਾਨ ਪ੍ਰਣਾਲੀ ਸੀ ਜਿਹੜੀ ਉਹ ਪ੍ਰਚਲਿਤ ਕੀਤੀ ਸੀ, ਜਿਸ ਨੂੰ ਜ਼ਬਤੀ ਪ੍ਰਣਾਲੀ ਜਾਂ ਟੋਡਰ ਮੱਲ ਦਾ ਬੰਦੋਬਸਤ ਆਖਦੇ ਸੀ। ਇਹ ਪ੍ਰਣਾਲੀ ਸੀ ਜਿਹੜੀ ਲਾਹੌਰ, ਦਿੱਲੀ, ਆਗਰਾ, ਇਲਾਹਾਬਾਦ, ਮਾਲਵਾ, ਅਜਮੇਰ, ਆਬਦ, ਮੁਲਤਾਨ ਦੇ ਸੂਬਿਆਂ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਤਾਂ ਇਹਦੀਆਂ ਵਿਸ਼ੇਸ਼ਤਾਵਾਂ ਇਹ ਸੀ ਕਿ ਭੂਮੀ ਦੀ ਪਮਾਇਸ਼ ਜ਼ਬਤੀ ਪ੍ਰਣਾਲੀ ਦੇ ਅਨੁਸਾਰ ਸਭ ਤੋਂ ਪਹਿਲਾਂ ਸੀ ਜਿਹੜੀ ਸਾਰੀ ਵਾਹੀ ਭੂਮੀ ਦੀ ਪਮਾਇਸ਼ ਕੀਤੀ ਜਾਂਦੀ ਸੀ। ਤਾਂ ਜਿਹੜੀ ਪਮਾਇਸ਼ ਸੀ ਜਿਸ ਦੇ ਵਿੱਚ ਗਜ਼, ਜਿਸ ਤਰ੍ਹਾਂ ਅਸੀਂ ਮੀਟਰ ਦੀ ਵਰਤੋਂ ਕਰਦੇ ਹਾਂ ਪਹਿਲਾਂ ਉਸ ਗਜ਼ ਦੀ ਵਰਤੋਂ ਕੀਤੀ ਜਾਂਦੀ ਸੀ। ਤਾਂ ਉਹ ਲਗਭਗ 33 ਇੰਚ ਦਾ ਹੁੰਦਾ ਸੀ ਅਤੇ ਜ਼ਮੀਨ ਦਾ ਇੱਕ ਵਿੱਘਾ 3600 ਵਰਗ ਗਜ਼ ਦਾ ਹੁੰਦਾ ਸੀ। ਇੱਕ ਵਿੱਘੇ ਦੇ ਵਿੱਚ ਕਿੰਨੇ ਗਜ਼ ਹੁੰਦੇ ਸੀ? 3600 ਵਰਗ ਗਜ਼ ਹੁੰਦੇ ਸੀ। ਤਾਂ ਮੁਗਲ ਬਾਦਸ਼ਾਹ ਨੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਦੀ ਰੱਸੀ ਦੀ ਥਾਂ 'ਤੇ ਇੱਕ ਨਵੀਂ ਜ਼ਰੀਬ ਲਾਗੂ ਕੀਤੀ ਸੀ। ਜੋ ਸ਼ੇਰ ਸ਼ਾਹ ਸੂਰੀ ਸੀ ਉਹ ਰੱਸੀ ਦੀ ਵਰਤੋਂ ਕਰਦਾ ਸੀ ਮਿਣਤੀ ਕਰਨ ਦੇ ਲਈ। ਜੋ ਅਕਬਰ ਸੀ ਉਹ ਇੱਕ ਜ਼ਰੀਬ ਉਹਨਾਂ ਨੇ ਲਾਗੂ ਕੀਤਾ ਸੀ ਜੋ ਬਾਂਸ ਦੀ ਬਣੀ ਹੁੰਦੀ ਸੀ। ਉਸ ਦੇ ਦੋਵੇਂ ਸਿਰਿਆਂ ਉੱਤੇ ਲੋਹੇ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ ਸੀ। ਅੱਗੇ ਕਿ ਭੂਮੀ ਦਾ ਵਰਗੀਕਰਨ। ਭੂਮੀ ਕਿੰਨੇ ਭਾਗਾਂ ਦੇ ਵਿੱਚ ਵੰਡੀ ਹੋਈ ਸੀ? ਪਹਿਲੇ ਹੈ ਕਿ ਪੋਲਜ਼, ਇਹ ਸਭ ਤੋਂ ਪਹਿਲੇ ਦਰਜੇ ਦੀ ਭੂਮੀ ਸੀ। ਇਸ ਵਿੱਚ ਸਾਰਾ ਸਾਲ ਖੇਤੀ ਕੀਤੀ ਜਾਂਦੀ ਸੀ ਪੋਲਜ਼ ਦੇ ਵਿੱਚ। ਅੱਗੇ ਕਿ ਪ੍ਰੌਤੀ, ਇਹ ਦੂਸਰੇ ਦਰਜੇ ਦੀ ਭੂਮੀ ਇਹ ਸੀ ਜਿਸ ਵਿੱਚ ਲਗਾਤਾਰ ਖੇਤੀ ਨਹੀਂ ਹੁੰਦੀ ਸੀ, ਸਗੋਂ ਇਸ ਨੂੰ ਕੁਝ ਸਮੇਂ ਦੇ ਪਿੱਛੋਂ 1 ਜਾਂ 2 ਵਰ੍ਹਿਆਂ ਵਿੱਚ ਖਾਲੀ ਛੱਡਣਾ ਪੈਂਦਾ ਸੀ, ਲਗਾਤਾਰ ਜਿਹੜੀ ਖੇਤੀ ਨਹੀਂ ਹੁੰਦੀ ਸੀ। ਅਗਲੀ ਹੈ ਕਿ ਛੱਛਰ, ਇਹ ਤੀਸਰੇ ਦਰਜੇ ਦੀ ਜਿਹੜੀ ਭੂਮੀ ਸੀ ਜਿਸ ਨੂੰ ਇੱਕ ਫਸਲ ਤੋਂ ਬਾਅਦ 3 ਜਾਂ 4 ਵਰ੍ਹਿਆਂ ਲਈ ਖਾਲੀ ਛੱਡਣਾ ਪੈਂਦਾ ਸੀ। ਅਗਲੀ ਹੈ ਕਿ ਬੰਜਰ, ਇਹ ਚੌਥੇ ਅਤੇ ਸਭ ਤੋਂ ਘਟੀਆ ਦਰਜੇ ਦੀ ਜ਼ਮੀਨ ਸੀ ਜਿਸ ਨੂੰ ਕੁਝ ਪੈਦਾਵਾਰ ਲੈਣ ਦੇ ਲਈ 5 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੱਕ ਖਾਲੀ ਛੱਡਣਾ ਪੈਂਦਾ ਸੀ। ਭੂਮੀ ਦੇ ਵਰਗੀਕਰਨ ਦੇ ਵਿੱਚ ਪਹਿਲਾ ਹੈ ਪੋਲਿਸ, ਦੂਸਰਾ ਹੈ ਪ੍ਰੋਤੀ, ਤੀਸਰਾ ਛੱਛਰ, ਚੌਥਾ ਬੰਜਰ।
ਅੱਗੇ ਕਿ ਭੂਮੀ ਕਰਜ਼ਾ ਸਰਕਾਰੀ ਹਿੱਸਾ ਕਿਵੇਂ, ਜਿਵੇਂ ਪੋਲਜ ਅਤੇ ਪ੍ਰੋਤੀ ਕਿਸਮ ਦੀ ਧਰਤੀ ਸੀ ਉਹ ਸਰਕਾਰ ਨੂੰ ਉਪਜ ਦਿੰਦੇ ਸੀ, 1/3 ਹਿੱਸਾ ਦਿੰਦੇ ਸੀ। ਤਾਂ ਜਿਹੜੀ ਛੱਛਰ ਭੂਮੀ ਸੀ ਉਸ ਦੇ ਵਿੱਚ 1/15 ਹਿੱਸਾ ਦਿੱਤਾ ਜਾਂਦਾ ਸੀ, ਅਤੇ ਦੂਜੇ ਸਾਲ ਦੇ ਵਿੱਚ 2 ਤੋਂ 15 ਦਿੱਤਾ ਜਾਂਦਾ ਸੀ, ਅਤੇ ਤੀਸਰੇ ਸਾਲ ਦੇ ਵਿੱਚ 1/5, ਚੌਥੇ ਦੇ ਵਿੱਚ 4 ਤੋਂ 15, ਅਤੇ ਪੰਜਵੇਂ ਸਾਲ ਦੇ ਵਿੱਚ 1/3 ਹਿੱਸਾ ਜਿਹੜਾ ਉਹ ਦਿੱਤਾ ਜਾਂਦਾ ਸੀ, ਭਾਵ ਪੂਰੀ ਫਸਲ ਦਾ ਤੀਜਾ ਹਿੱਸਾ। ਇਸੇ ਤਰ੍ਹਾਂ ਬੰਜਰ ਭੂਮੀ ਦੇ ਸੰਬੰਧ ਵਿੱਚ ਵੀ ਸਰਕਾਰ ਨੇ ਉਪਜ ਦੇ ਅਨੁਸਾਰ ਆਪਣਾ ਹਰ ਸਾਲ ਦਾ ਹਿੱਸਾ ਜਿਹੜਾ ਉਹ ਨਿਸ਼ਚਿਤ ਕੀਤਾ ਹੋਇਆ ਸੀ। ਇਹ ਸੀ ਰਾਜੇ ਮੁਗਲ ਰਾਜ ਦਾ ਜਿਹੜਾ ਸ਼ਾਸਨ ਪ੍ਰਬੰਧ ਸੀ। ਠੀਕ ਹੈ, ਤੁਸੀਂ ਚੰਗੀ ਤਰ੍ਹਾਂ ਇਸ ਲੈਸਨ ਨੂੰ ਆਪਣੇ ਧਿਆਨ ਨਾਲ ਪੜ੍ਹ ਲੈਣਾ। ਧੰਨਵਾਦ।